प्यारे बच्चों, सब तो पहला ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਬੇਸਿਕ ਆਪਰੇਸ਼ਨਸ ਮੌਲਿਕ ਕਿਰਿਆਵਾਂ ਜਿਹੜੀਆਂ ਤੁਸੀਂ ਜਮਾ ਘਟਾਓ ਗੁਣਾ ਭਾਗ ਪੰਜਵੀਂ ਤੱਕ ਸਿੱਖ ਕੇ ਆਏ ਹੋ, ਉਹਨਾਂ ਦੇ ਨਾਲ ਹੀ ਸੰਬੰਧਿਤ ਕੁਝ ਸਵਾਲ ਜਿਹੜੇ ਆਪਾਂ ਇਸ ਵੀਡੀਓ ਦੇ ਵਿੱਚ ਅੱਜ ਇਸ ਲੈਸਨ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਅਤੇ ਉਹਨਾਂ ਨੂੰ ਸਮਝਾਂਗੇ ਤੇ ਹੱਲ ਕਰਾਂਗੇ। ਸੋ ਵਿਦਿਆਰਥੀਓ, ਵਰਕਸ਼ੀਟ ਪਹਿਲੀ ਦੇ ਵਿੱਚ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾ ਸਵਾਲ ਸਾਡੇ ਕੋਲ ਕੀ ਹੈ। ਸੋ ਵਿਦਿਆਰਥੀਓ, ਵਰਕਸ਼ੀਟ 1 ਦਾ ਸਭ ਤੋਂ ਪਹਿਲਾ ਸਵਾਲ ਜਿਹੜਾ ਸਾਡੇ ਕੋਲ ਹੈ ਉਹ ਹੈ ਦੀਪਕ ਕੋਲ 4567 ਰੁਪਏ ਹਨ। ਇਹਨਾਂ ਵਿੱਚੋਂ ਕੁਝ 1000 ਦੇ, ਕੁਝ 100 ਦੇ, ਕੁਝ 10 ਦੇ ਅਤੇ ਬਾਕੀ 1 ਰੁਪਏ ਦੇ ਨੋਟ ਹਨ। ਦੱਸੋ ਉਸ ਕੋਲ ਇਹ ਅਲੱਗ-ਅਲੱਗ ਨੋਟ ਕਿੰਨੇ ਹਨ। ठीक है जी, सवाल दे विच बच्चों सानू पूछा गया है कि दीपक दे कोल 4567 रुपए या 4567 रुपए हैं, तो वो जिहड़े रुपए हैं वो कुछ ना कुछ उहदे कोल नोट होणगे अलग-अलग करंसी दे। असीं ये पता करना है कि इहदे विच 1000 दे नोट उहदे कोल किन्ने हो सकदे आ, 100 दे नोट किन्ने हो सकदे आ, 10 दे किन्ने ते बाकी 1-1 रुपए दे किन्ने नोट हो सकदे ने। ये सारी चीज़ आपां इस सवाल दे विच कैलकुलेट करनी है। इहनूं किवें करांगे आओ असीं देखते हैं। ठीक है, सब तो पहला असीं लिखांगे दीपक कोल जिन्नी राशि है बराबर 4567 रुपए, 4567 रुपए। ठीक है, हुण बच्चों ये जिहड़ा 4567 है इनू असीं विस्तार रूप दे विच तोड़ के लिख लेना है। 4567 या 4567 ਨੂੰ ਅਸੀਂ ਲਿਖਾਂਗੇ 4000 ਜਮਾ 500 ਜਮਾ 60 ਜਮਾ 7। ਠੀਕ ਹੈ ਵਿਦਿਆਰਥੀਓ, 4000 ਇਹਦੇ ਵਿੱਚ ਸਭ ਤੋਂ ਵੱਡੀ ਸਾਡੇ ਕੋਲ ਸੰਖਿਆ ਸੀ, ਇਕਾਈ ਦਹਾਈ ਸੈਂਕੜਾ ਹਜ਼ਾਰ, 4000 ਉਸ ਤੋਂ ਬਾਅਦ 500। ਠੀਕ ਹੈ, 67 ਨੂੰ ਅਸੀਂ ਲਿਖ ਸਕਦੇ ਸੀ 60 ਜਮਾ 7। ਸੋ ਪੂਰੀ ਸੰਖਿਆ ਨੂੰ ਅਸੀਂ ਵਿਸਥਾਰ ਰੂਪ ਵਿੱਚ ਲਿਖ ਲਿਆ ਹੈ। ਹੁਣ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ 4000 ਹੈ ਇਹਨੂੰ ਅਸੀਂ ਅੱਗੇ ਲਿਖ ਸਕਦੇ ਹਾਂ 4 ਗੁਣਾ 1000, ਔਰ ਜਿਹੜਾ 500 ਹੈ ਇਹਨੂੰ ਅਸੀਂ ਲਿਖ ਸਕਦੇ ਹਾਂ 5 ਗੁਣਾ 100, ਔਰ ਜਿਹੜਾ 60 ਹੈ ਇਹਨੂੰ ਅਸੀਂ ਲਿਖ ਸਕਦੇ ਹਾਂ 6 ਗੁਣਾ 10, ਔਰ ਜਿਹੜਾ 7 ਹੈ ਇਹਨੂੰ ਅਸੀਂ ਲਿਖ ਸਕਦੇ ਹਾਂ 7 ਗੁਣਾ 1। ਠੀਕ ਹੈ ਵਿਦਿਆਰਥੀਓ, 4 ਨੂੰ ਜਦੋਂ 1000 ਨਾਲ ਗੁਣਾ ਕਰਾਂਗੇ ਸਾਡੇ ਕੋਲ 4000 ਹੀ ਬਣ ਜਾਏਗਾ, 5 ਨੂੰ 100 ਨਾਲ ਗੁਣਾ ਕਰਾਂਗੇ ਸਾਡੇ ਕੋਲ 500 ਹੀ ਪ੍ਰਾਪਤ ਹੁੰਦਾ ਹੈ, 6 ਨੂੰ 10 ਨਾਲ ਗੁਣਾ ਕਰਨ ਤੇ ਸਾਡੇ ਕੋਲ 60 ਪ੍ਰਾਪਤ ਹੋਏਗਾ, ਔਰ 7 ਨੂੰ 1 ਨਾਲ 7 ਜਿਹੜਾ ਸਾਡੇ ਕੋਲ ਪ੍ਰਾਪਤ ਹੋਏਗਾ। ਤਾਂ ਇਹਦੇ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਦੀਪਕ ਦੇ ਕੋਲ 1000 ਦੇ ਨੋਟਾਂ ਦੀ ਗਿਣਤੀ ਕਿੰਨੀ ਹੈ? 4। ਬਿਲਕੁਲ ਸਹੀ। 100 ਦੇ ਨੋਟਾਂ ਦੀ ਗਿਣਤੀ 5, 10 ਦੇ ਨੋਟਾਂ ਦੀ ਗਿਣਤੀ 6 ਅਤੇ 1-1 ਦੇ ਨੋਟਾਂ ਦੀ ਗਿਣਤੀ 7 ਉਹਦੇ ਕੋਲ ਹੋ ਸਕਦੀ ਹੈ। ਇਹ ਸਾਰਾ ਅਸੀਂ ਇੱਥੇ ਹੁਣ ਲਿਖ ਲਵਾਂਗੇ। 1000 ਦੇ ਨੋਟਾਂ ਦੀ ਗਿਣਤੀ ਇਹ ਸਾਡੇ ਕੋਲ ਹੈ 4। ਇਸ ਤੋਂ ਬਾਅਦ 100 ਦੇ ਨੋਟਾਂ ਦੀ ਗਿਣਤੀ ਇਹ ਸਾਡੇ ਕੋਲ ਹੈ 5। 10 ਦੇ ਨੋਟਾਂ ਦੀ ਗਿਣਤੀ ਇਹ ਸਾਡੇ ਕੋਲ ਹੈ 6। ਇਸ ਤੋਂ ਬਾਅਦ ਦੀਪਕ ਕੋਲ 1 ਰੁਪਏ ਦੇ ਨੋਟਾਂ ਦੀ ਗਿਣਤੀ 1 ਰੁਪਏ ਦੇ ਬਰਾਬਰ 7। ਠੀਕ ਹੈ ਵਿਦਿਆਰਥੀਓ, ਇਸ ਤਰ੍ਹਾਂ ਵਿਦਿਆਰਥੀਓ ਅਸੀਂ ਦੇਖਿਆ ਕਿ ਜੇਕਰ ਦੀਪਕ ਕੋਲ 4567 ਰੁਪਏ ਹਨ ਤਾਂ ਉਹਦੇ ਕੋਲ 1000 ਦੇ 4 ਨੋਟ ਹੋ ਸਕਦੇ ਹਨ, 100 ਦੇ 5 ਨੋਟ ਹੋ ਸਕਦੇ ਹਨ, 10 ਦੇ 6 ਨੋਟ ਅਤੇ 1-1 ਦੇ 7 ਨੋਟ ਹੋ ਸਕਦੇ ਹਨ। ਵਿਦਿਆਰਥੀਓ, ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ ਕਿ ਤੁਹਾਡੇ ਹਿਸਾਬ ਨਾਲ ਪ੍ਰਸ਼ਨ ਨੰਬਰ 1 ਦੇ ਹੋਰ ਵੀ ਉੱਤਰ ਹੋ ਸਕਦੇ ਹਨ। ਉਦਾਹਰਨ ਦੇ ਕੇ ਸਪਸ਼ਟ ਕਰੋ ਕਿ ਇਹ ਜ਼ਰੂਰੀ ਹੈ ਕਿ ਜੇ ਦੀਪਕ ਕੋਲ 4567 ਰੁਪਏ ਹੈ ਤਾਂ ਕਿ ਇਹ ਜ਼ਰੂਰੀ ਹੈ ਕਿ ਉਹਦੇ ਕੋਲ ਜੋ ਗਿਣਤੀ ਅਸੀਂ ਨੋਟਾਂ ਦੀ ਇਹ ਵਾਲੀ ਇੱਥੇ ਪਤਾ ਕੀਤੀ ਹੈ ਉਹੀ ਹੋ ਸਕਦੀ ਹੈ, ਇਸ ਤੋਂ ਅਲੱਗ ਨਹੀਂ ਹੋ ਸਕਦੀ। ਬਿਲਕੁਲ ਵਿਦਿਆਰਥੀਓ, ਇਸ ਸਵਾਲ ਦਾ ਉੱਤਰ ਇਸ ਦੇ ਨਾਲੋਂ ਅਲੱਗ ਵੀ ਹੋ ਸਕਦਾ ਹੈ, ਇਹਦਾ ਉੱਤਰ ਹੋਰ ਵੀ ਹੋ ਸਕਦਾ ਹੈ। ਉਦਾਹਰਨ ਦੇ ਤੌਰ ਤੇ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ
ਜਿਵੇਂ ਸਾਡੇ ਕੋਲ 4567 रुपए ਸੀਗੇ, ਇਸ ਨੂੰ ਅਸੀਂ ਲਿਖਿਆ ਸੀ 4000 ਜਮਾ 500 ਜਮਾ 60 ਤੇ ਜਮਾ 7। ਠੀਕ ਹੈ। ਜੇਕਰ 4000 ਨੂੰ ਮੈਂ ਐਵੇਂ ਲਿਖਦਾ 3000 ਜਮਾ 1000 ਜਮਾ 500 ਜਮਾ 60 ਤੇ ਜਮਾ 7। तो ये जिहड़ा 1000 है इनू मैं 500 के नाल जोड़ दियाँ तो ये मेरे को 3000 जमा 1500 जमा 60 ते जमा 7। हुण अगर ये इनू मैं फिर विस्तार दे विच अगे तोड़ा तो 1000 नूं 3 दे नाल गुणा किया जाएगा और 15 ते गुणा 100 हो जाएगा, जमा 6 गुणा 10 हो जाएगा तो जमा 7 गुणा 1 हो जाएगा। विद्यार्थियों इसका की भाव है, इसका ये भाव है कि अगर इस तरह असी ब्रेक करते हाँ तोड़ते हाँ तो ये तो सानू ये लगता है कि हो सकता है दीपक दे कोल 1000 के 3 नोट होण, 100 के 15 नोट होण, 10 के 6 ਅਤੇ 1 ਦੇ 7 नोट होण। ठीक है। तो पहले केस ਦੇ ਵਿੱਚ 1000 ਦੇ ਨੋਟਾਂ ਦੀ ਗਿਣਤੀ ਸਾਡੇ ਕੋਲ 4 ਸੀ ਪਰ 100 ਦੇ ਨੋਟਾਂ ਦੀ ਗਿਣਤੀ ਅਸੀਂ 5 ਮੰਨੀ ਸੀ। ਹੁਣ ਇਹਦੇ ਵਿੱਚ ਅਸੀਂ 1000 ਦੇ ਨੋਟਾਂ ਦੀ ਗਿਣਤੀ ਉਹ 3 ਲੈ ਸਕਦੇ ਹਾਂ ਤੇ 100 ਦੇ ਨੋਟਾਂ ਦੀ ਗਿਣਤੀ 15 ਲੈ ਸਕਦੇ ਹਾਂ। ਠੀਕ ਹੈ। तो ਇਸੇ ਢੰਗ ਦੇ ਨਾਲ ਅਸੀਂ ਅਗਰ ਇੱਥੇ 3000 ਨੂੰ ਆਪਾਂ 4000 ਨੂੰ 3000 ਜਮਾ 4 1000 ਦੇ ਵਿੱਚ ਤੋੜਿਆ ਸੀ, ਅਸੀਂ ਇਹਨੂੰ 2000 ਜਮਾ 2000 ਦੇ ਵਿੱਚ ਵੀ ਤੋੜ ਸਕਦੇ ਸੀ। ਠੀਕ ਹੈ। ਹੋ ਸਕਦਾ ਸੀ ਕਿ ਉਹਦੇ ਕੋਲ 1000 ਦਾ ਕੋਈ ਵੀ ਨੋਟ ਨਾ ਹੋਵੇ, ਇਹ ਸਾਰਾ ਹੀ ਇਹਨੂੰ ਅਸੀਂ 4500 ਲਿਖ ਲਈਏ ਪੂਰੇ ਨੂੰ। ਠੀਕ ਹੈ ਨਾ। ਇਹਨੂੰ ਅਸੀਂ ਲਿਖ ਸਕਦੇ ਹਾਂ 4500 ਜਮਾ 60 ਜਮਾ 7 ਭਾਵ 45 ਗੁਣਾ 100 ਜਮਾ 60 ਤੇ ਜਮਾ 7। ਠੀਕ ਹੈ ਨਾ ਵਿਦਿਆਰਥੀਓ। ਇਸ ਕੇਸ ਦੇ ਵਿੱਚ ਇਸ ਹਾਲਤ ਦੇ ਵਿੱਚ ਦੀਪਕ ਦੇ ਕੋਲ ਜਿਹੜੇ 100 ਦੇ ਨੋਟਾਂ ਦੀ ਗਿਣਤੀ 45 ਹੋ ਜਾਏਗੀ, 10 ਦੇ ਨੋਟਾਂ ਦੀ ਗਿਣਤੀ 6 ਅਤੇ 7 ਦੇ 1 ਦੇ ਨੋਟਾਂ ਦੀ ਗਿਣਤੀ 7 ਹੋ ਜਾਏਗੀ। ਸੋ ਅਸੀਂ ਦੇਖਿਆ ਕਿ ਜ਼ਰੂਰੀ ਨਹੀਂ ਹੈ ਕਿ ਜੋ ਪਹਿਲੇ ਸਵਾਲ ਦੇ ਵਿੱਚ ਅਸੀਂ ਉੱਤਰ ਪਹਿਲੇ ਹੱਲ ਦੇ ਵਿੱਚ ਆਪਾਂ ਕੱਢਿਆ ਸੀ ਉਹ ਹੀ ਹੋਵੇ, ਇਸ ਸਵਾਲ ਦੇ ਉੱਤਰ ਇਸ ਤੋਂ ਅਲੱਗ ਵੀ ਹੋ ਸਕਦੇ ਨੇ। ਠੀਕ ਹੈ ਵਿਦਿਆਰਥੀਓ। ਸੋ ਅਸੀਂ ਲਿਖ ਸਕਦੇ ਹਾਂ ਪ੍ਰਸ਼ਨ ਨੰਬਰ 1 ਦੇ ਹੋਰ ਵੀ ਉੱਤਰ ਹੋ ਸਕਦੇ ਹਨ। ਹਾਂ ਪ੍ਰਸ਼ਨ ਨੰਬਰ 1 ਦੇ ਹੋਰ ਵੀ ਉੱਤਰ ਹੋ ਸਕਦੇ ਹਨ। ਜਿਵੇਂ ਕਿ 1000 ਦੇ ਨੋਟਾਂ ਦੀ ਗਿਣਤੀ ਬਰਾਬਰ 3, 100 ਦੇ ਨੋਟਾਂ ਦੀ ਗਿਣਤੀ ਬਰਾਬਰ 15, 10 ਦੇ ਨੋਟਾਂ ਦੀ ਗਿਣਤੀ बराबर 6 और 1 रुपए दे नोटां दी गिणती बराबर 7। ठीक है। तो 1000 दे 3 नोट अगर साडे कोल होणगे तां 3000 रुपया हो जाएगा। ठीक है। 100 ਦੇ 15 ਨੋਟ ਹੋਣਗੇ ਤਾਂ ਉਹ ਸਾਡੇ ਕੋਲ 1500 ਰੁਪਏ ਹੋ ਜਾਏਗਾ। 10 ਦੇ 6 ਨੋਟ ਹੋਣਗੇ ਤਾਂ ਉਹ ਸਾਡੇ ਕੋਲ 60 ਰੁਪਏ ਹੋ ਜਾਣਗੇ ਔਰ 1 ਦੇ 7 ਨੋਟ ਭਾਵ 7 ਰੁਪਏ। ਤਾਂ ਇਹਨਾਂ ਨੂੰ ਜਦੋਂ ਅਸੀਂ ਜੋੜਾਂਗੇ ਤਾਂ ਇਹ ਸਾਡੇ ਕੋਲ 4567 ਭਾਵ 4567 ਰੁਪਏ ਹੀ ਬਣਨਗੇ। ਠੀਕ ਹੈ। ਤਾਂ ਇਸੇ ਤਰ੍ਹਾਂ ਵਿਦਿਆਰਥੀਓ ਇਸ ਤੋਂ ਇਲਾਵਾ ਇਸ ਤੇ ਹੋਰ ਵੀ ਕਈ ਉੱਤਰ ਇਸ ਸਵਾਲ ਦੇ ਹੋ ਸਕਦੇ ਹਨ। ਠੀਕ ਹੈ ਵਿਦਿਆਰਥੀਓ। ਸੋ ਵਿਦਿਆਰਥੀਓ ਆਓ ਪਹਿਲੇ ਸਵਾਲ ਨੂੰ ਹੱਲ ਕਰਨ ਤੋਂ ਬਾਅਦ ਹੁਣ ਅਸੀਂ ਇਸ ਵਰਕਸ਼ੀਟ ਦਾ ਦੂਜਾ ਸਵਾਲ ਜਿਹੜਾ ਹੈ ਉਹ ਦੇਖਦੇ ਹਾਂ। ਦੂਜੇ ਸਵਾਲ ਵਿੱਚ ਸਾਨੂੰ ਇੱਕ ਟੇਬਲ ਦਿੱਤਾ ਗਿਆ ਹੈ ਜਿਹਦੇ ਵਿੱਚ ਅਲੱਗ-ਅਲੱਗ ਅੰਕ ਜਿਹੜੇ ਉਹ ਸਾਨੂੰ ਦਰਸਾਏ ਗਏ ਹਨ। ਉਹਨਾਂ ਅੰਕਾਂ ਦੇ ਸਥਾਨਾਂ ਨੂੰ ਦੇਖਦਿਆਂ ਹੋਇਆਂ ਅਸੀਂ ਉਹਨਾਂ ਤੋਂ ਸੰਖਿਆਵਾਂ ਬਣਾਉਣੀਆਂ ਨੇ ਜਾਂ ਸਾਨੂੰ ਕੁਝ ਸੰਖਿਆਵਾਂ ਦਿੱਤੀਆਂ ਗਈਆਂ ਨੇ ਉਹਦੇ ਤੋਂ ਅਸੀਂ ਅੰਕਾਂ ਦੇ ਸਥਾਨਾਂ ਦਾ ਅੰਦਾਜ਼ਾ ਜਿਹੜਾ ਹੈ ਉਹ ਲਗਾਉਣਾ ਹੈ, ਅੰਕਾਂ ਦੇ ਸਥਾਨਾਂ ਨੂੰ ਦਰਸਾਉਣਾ ਹੈ। ਠੀਕ ਹੈ ਵਿਦਿਆਰਥੀਓ। तो प्रश्न 2 संख्यावां बनाओ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਪੂਰੇ ਬਾਕਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਸਾਡੇ ਕੋਲ ਰੋ ਹੈ ਇਹਦੇ ਵਿੱਚ ਲੱਖ, 10000, ਹਜ਼ਾਰ, ਸੈਂਕੜਾ, ਦਹਾਈ ਅਤੇ ਇਕਾਈ ਤੱਕ ਲਿਖਿਆ ਹੋਇਆ ਹੈ। ਇਸ ਤੋਂ ਬਾਅਦ ਆਖਰੀ ਕਾਲਮ ਜਿਹੜਾ ਸਾਡੇ ਕੋਲ ਉਹ ਸੰਖਿਆਵਾਂ ਦਾ ਹੈ।
और इसी तरह पंजवां छेवां सतवां ਜਿਹੜਾ ਸਵਾਲ ਹੈ ਉਹ ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਸਾਨੂੰ ਸੰਖਿਆਵਾਂ ਦਿੱਤੀਆਂ ਹੋਈਆਂ ਨੇ, ਅਸੀਂ ਸੰਖਿਆਵਾਂ ਦੇ ਵਿੱਚ ਵਰਤੇ ਗਏ ਜਿਹੜੇ ਅੰਕ ਨੇ ਉਹਨਾਂ ਦੇ ਸਥਾਨਾਂ ਦੇ ਉੱਤੇ ਉਹਨਾਂ ਨੂੰ ਲਿਖਣਾ ਹੈ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਪਹਿਲਾ ਸਵਾਲ ਦੇਖਦੇ ਹਾਂ ਵਿਦਿਆਰਥੀਓ। ਤੁਸੀਂ ਮੇਰੇ ਨਾਲ ਇਹ ਸਾਰੇ ਸਵਾਲ ਜਿਹੜੇ ਆ ਉਹ ਹੱਲ ਕਰਨੇ ਨੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਲੱਖ ਸਾਡੇ ਕੋਲ 5 ਹੈ, 10,000 ਦੇ ਕਾਲਮ ਵਿੱਚ ਸਾਡੇ ਕੋਲ ਵੀ 5 ਹੈ, ਹਜ਼ਾਰ ਵਿੱਚ 1 ਹੈ, ਸੈਂਕੜਾ 7 ਹੈ, ਦਹਾਈ 0 ਹੈ, ਇਕਾਈ 3 ਹੈ। ਤਾਂ ਸਾਨੂੰ ਪਤਾ ਹੈ ਜਦੋਂ ਵੀ ਅਸੀਂ ਸੰਖਿਆ ਕੋਈ ਵੀ ਸੰਖਿਆ ਲਿਖੀ ਹੋਵੇ ਤਾਂ ਉਹਦੇ 'ਚ ਹਮੇਸ਼ਾ ਅਸੀਂ ਇਵੇਂ ਉਹਦੇ ਸਥਾਨ ਪਤਾ ਕਰਦੇ ਹਾਂ, ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, 10,000, ਲੱਖ। ਠੀਕ ਹੈ ਵਿਦਿਆਰਥੀਓ, ਤਾਂ ਇਹ ਜਿਹੜੀਆਂ ਸੰਖਿਆ ਇਹ ਅੰਕ ਜਿਹੜੇ ਲਿਖੇ ਹੋਏ ਨੇ ਸਥਾਨਾਂ ਦੇ, ਇਹਨਾਂ ਨੂੰ ਜਦੋਂ ਅਸੀਂ ਇਕੱਠੇ ਕਰਕੇ ਲਿਖਾਂਗੇ ਤਾਂ ਇਹ ਸਾਡੇ ਕੋਲ ਸੰਖਿਆ ਦਾ ਰੂਪ ਲੈ ਲੈਣਗੇ। ਸਭ ਤੋਂ ਪਹਿਲਾਂ 5, फिर 5 आएगा, फिर साढ़े कोल 1 आएगा, फिर 7 आएगा, फिर 0 आएगा तो फिर 3 आएगा। ठीक है, ये संख्या साढ़े कोल की बन जाएगी 5,51,703। ठीक है विद्यार्थियों, इसे ढंग दे नाल असीं दूसरा, तीसरा ते चौथा सवाल भी हल करांगे। हुण जल्दी नाल तुसीं दूसरे सवाल का आंसर दसना है कि दूसरे सवाल का उत्तर जिहड़ा साढ़े कोलों की होवेगा। शाबाश बच्चों। ठीक है, कुछ विद्यार्थियों ने लिख लिया होएगा इसका आंसर। तो ये साढ़े कोल बनेगा 3, 5, 5, 6, 5 ते 4। भाव कि वो संख्या जिहदे विच इकाई का अंक 4 है, दहाई का 5 है, सैंकड़े का 6 है, हज़ार का 5 है, 10,000 का 5 है, तो लख वाला जिहड़ा अंक है साढ़े कोलों 3 है, वो साढ़े कोल ये वाली संख्या है। भाव 3,55,654। ठीक है विद्यार्थियों, इसी तरह हुण असीं तीसरा सवाल है जिहड़ा उहदी संख्या लिखनी है। शाबाश, मेरे नाल नाल लिखते जाओ। सब तो पहला 6, 8, 0, 8, 5, 0। ठीक है विद्यार्थियों, तो ये जिहड़े अंकां दे स्थान अंक जिहड़े आ स्थान वाइज लिखे हुए ने, तो इन्हां तो जिहड़ी संख्या साडे कोल बनी है वो बनी है 6,80,850। शाबाश। इस तो बाद असीं चौथी जिहड़ी संख्या वो लिखनी है। चौथी संख्या दे विच इकाई दा अंक जिहड़ा साडे कोल 5 है, दहाई दा अंक साडे कोल 0 है, सैंकड़े दा अंक भी 0 है, हज़ार अंक साडे कोल 8 है और 10,000 वाला अंक साडे कोल 4 है। तो ये अंकां नूं देख के जिहड़ी साडे कोल संख्या बनदी है वो की बनदी है 48,005। ठीक है ना, 48,005 जिहड़ी साडे कोल संख्या वो बन गई है। तुहाडे विचों बहुत सारे विद्यार्थियों ने यह संख्या पहला बना ली होवेगी, मैनूं पूरी उम्मीद है। ठीक है, इस तो बाद पंजवां सवाल साडे कोल जिहड़ा है इहदे विच साडे कोल संख्या दित्ती गई है। संख्या दे विचों इकाई, दहाई, सैंकड़े दे अंक देख के वो असीं इन्हां खानिਆਂ ਦੇ ਵਿੱਚ खाली खानिਆਂ ਦੇ ਵਿੱਚ भरने ने। ठीक है विद्यार्थियों, तो सब तो पहला इकाई का अंक इस संख्या का की है? वेरी गुड, 6। दहाई का अंक की है? 5। शाबाश। सैंकड़े का अंक 0। इसी तरह हज़ार का 9 ते 10,000 वाला अंक साडे कोल की है? 4। ठीक है विद्यार्थियों, तो ये जिहड़ी 49,056 संख्या सी, इहदे तो असीं इहदे इकाई, दहाई, सैंकड़े, हज़ार, 10,000 दे अंक जिहड़े वो लैके वो ये खानिਆਂ ਨੂੰ ਸਾਰਿਆਂ ਨੂੰ ਆਪਾਂ ਭਰ ਦਿੱਤਾ ਹੈ। इसी तरह 6वें ਤੇ 7वें सवाल ਨੂੰ भी तुसीं हल करना है। जल्दी, शाबाश। इकाई का अंक साडे कोल इहदे च है 6, दहाई का अंक 0 है, सैंकड़े का अंक भी 0 है, हज़ार का अंक साडे कोल 9 है, 10,000 का 5 है, तो लख का अंक साडे कोल की है? 4। वेरी गुड, शाबाश। इसी तरह दूजे का साडे कोल हुण दूजे सवाल का दूजे प्रश्न का 7वां पार्ट जिहड़ा आखिरी पार्ट है वो असीं लिखांगे। हाँ जी, इकाई का अंक साडे कोल इहदे च 1 आएगा। शाबाश। दहाई का अंक साडे कोल 0 है, सैंकड़े का अंक भी साडे कोल 0 है, हज़ार का अंक भी साडे कोल 0 है, 10,000 का अंक 9 है, तो लख वाला अंक साडे कोल इहदे विच 6 है। इकाई, दहाई, सैंकड़ा, हज़ार, 10,000, लख। तो ये संख्या साडे कोल वैसे की बनती है? 6,90,001। ठीक है, इसी तरह ये संख्या साडे कोल 4,59,006 सी और ये संख्या 49,056 सी। सो विद्यार्थियों, मैनूं पूरी उम्मीद है कि हुण तक दे विच वीडियो दे विच लैसन विच जो जो चीज़ां असीं डिस्कस कीतियां ने उहदे च सवाल दूजा ते सवाल पहला उहनूं तुसीं चंगी तरह समझिया होएगा ते अपणियां कॉपीज़ ते नोट भी कर लिया होवेगा। ठीक है विद्यार्थियों, इस तो बाद हुण असीं
ਸਵਾਲ ਤੀਜਾ ਜਿਹੜਾ ਇਸ ਵਰਕਸ਼ੀਟ ਦਾ ਹੈ ਉਹ ਅਸੀਂ ਦੇਖਾਂਗੇ, ਉਹ ਕਰਾਂਗੇ। ਸੋ ਵਿਦਿਆਰਥੀਓ, ਪਿਆਰੇ ਬੱਚਿਓ, ਅਸੀਂ ਕਰ ਰਹੇ ਹਾਂ ਵਰਕਸ਼ੀਟ 1 ਮੌਲਿਕ ਸੰਕ੍ਰਿਆਵਾਂ ਬੇਸਿਕ ਆਪਰੇਸ਼ਨਸ ਦੀ। ਠੀਕ ਹੈ, ਬੇਸਿਕ ਆਪਰੇਸ਼ਨਸ ਜਿਹੜੇ ਸਾਡੇ ਕੋਲ ਜੋੜ, ਘਟਾਓ, ਗੁਣਾ ਤੇ ਭਾਗ ਹੁੰਦੇ ਨੇ ਗਣਿਤ ਦੇ ਵਿੱਚ। ਠੀਕ ਹੈ, ਤਾਂ ਆਓ ਦੇਖਦੇ ਹਾਂ ਇਸ ਤੋਂ ਬਾਅਦ ਹੁਣ 2 ਸਵਾਲਾਂ ਤੋਂ ਬਾਅਦ ਤੀਜਾ ਜਿਹੜਾ ਸਵਾਲ ਹੈ ਇਸ ਵਰਕਸ਼ੀਟ ਦਾ ਉਹ ਸਾਡੇ ਕੋਲ ਕੀ ਹੈ। ਪ੍ਰਸ਼ਨ 3 ਦਾ ਪਹਿਲਾ ਪਾਠ, ਵੱਖ-ਵੱਖ ਚੱਕਰਾਂ ਵਿੱਚ ਲੱਗੀਆਂ ਬਿੰਦੀਆਂ ਅਨੁਸਾਰ ਸੰਖਿਆ ਬਣਾਓ ਅਤੇ ਲਿਖੋ। ਠੀਕ ਹੈ, ਇਹ ਸਾਡੇ ਸਾਹਮਣੇ ਇੱਕ ਬਹੁਤ ਸਾਰੇ ਸਮਕੇਂਦਰੀ ਜਿਨ੍ਹਾਂ ਦਾ ਭਾਵ ਕੇਂਦਰ ਇੱਕ ਹੈ ਇਹੋ ਜਿਹੇ ਚੱਕਰ ਦਿੱਤੇ ਹੋਏ ਨੇ। ਸਭ ਤੋਂ ਪਹਿਲਾਂ ਛੋਟਾ, ਉਸ ਤੋਂ ਬਾਅਦ ਵੱਡਾ, ਫਿਰ ਵੱਡਾ, ਫਿਰ ਵੱਡਾ, ਇਸੇ ਤਰ੍ਹਾਂ ਸਾਡੇ ਕੋਲ ਅਲੱਗ-ਅਲੱਗ ਚੱਕਰ ਜਿਹੜੇ ਹੈ ਉਹ ਦਿੱਤੇ ਗਏ ਨੇ। ਔਰ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਹ ਦੇਖੀਏ ਕਿ ਇਹ ਚੱਕਰ ਸਾਨੂੰ ਕੀ ਚੀਜ਼ਾਂ ਨੂੰ ਦਰਸਾ ਰਹੇ ਨੇ, ਕਿਉਂਕਿ ਪ੍ਰਸ਼ਨ ਦੇ ਵਿੱਚ ਇਹ ਲਿਖਿਆ ਹੈ ਕਿ ਇਸ ਚੱਕਰਾਂ ਦੇ ਵਿੱਚ ਲੱਗੀਆਂ ਬਿੰਦੀਆਂ ਨੂੰ ਦੇਖ ਕੇ ਬਿੰਦੀਆਂ ਦੇ ਅਨੁਸਾਰ ਸੰਖਿਆ ਬਣਾਓ ਅਤੇ ਲਿਖੋ। ਸੰਖਿਆ ਅਸੀਂ ਇਹਦੇ ਵਿੱਚ ਦੇਖਣਾ ਹੈ ਕਿ ਇਸ ਚੱਕਰ ਦੇ ਵਿੱਚ ਜਿਹੜੇ ਬਿੰਦੀਆਂ ਦਿੱਤੀਆਂ ਗਈਆਂ ਨੇ ਉਹ ਕਿਸ ਸੰਖਿਆ ਨੂੰ ਦਰਸਾਉਂਦੀਆਂ ਨੇ। ਉਹ ਸੰਖਿਆ ਅਸੀਂ ਇੱਥੇ ਲਿਖਾਂਗੇ ਤੇ ਫਿਰ ਉਸ ਸੰਖਿਆ ਨੂੰ ਸ਼ਬਦਾਂ ਦੇ ਵਿੱਚ ਵੀ ਲਿਖਾਂਗੇ। ਠੀਕ ਹੈ ਵਿਦਿਆਰਥੀਓ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਚੱਕਰ ਨੇ ਉਹ ਕਿਸ ਚੀਜ਼ ਨੂੰ ਦਰਸਾਉਂਦੇ ਨੇ। ਸਭ ਤੋਂ ਛੋਟਾ ਚੱਕਰ ਤੁਸੀਂ ਦੇਖ ਸਕਦੇ ਹੋ ਜਿਹੜਾ ਸਭ ਤੋਂ ਅੰਦਰ ਹੈ, ਇਹਦੇ ਵਿੱਚ ਕੋਈ ਵੀ ਬਿੰਦੀ ਨਹੀਂ ਹੈ ਔਰ ਇਹ ਸਾਡੇ ਕੋਲ ਇਕਾਈ ਨੂੰ ਦਰਸਾਉਂਦਾ ਹੈ। ਇਸ ਤੋਂ ਬਾਅਦ ਦੂਸਰਾ ਚੱਕਰ ਜਿਹੜਾ ਇਸ ਦੇ ਬਾਹਰ ਹੈ ਉਹ ਸਾਡੇ ਕੋਲ ਦਹਾਈ ਨੂੰ ਦਰਸਾਉਂਦਾ ਹੈ ਅਤੇ ਇਹਦੇ ਵਿੱਚ ਸਾਡੇ ਕੋਲ ਕੁੱਲ 4 ਬਿੰਦੀਆਂ ਹਨ। ਇਸ ਤੋਂ ਬਾਅਦ ਵਾਲਾ ਜਿਹੜਾ ਚੱਕਰ ਹੈ ਉਹ ਸੈਂਕੜੇ ਨੂੰ ਦਰਸਾਉਂਦਾ ਹੈ, ਇਸ ਦੇ ਵਿੱਚ ਸਾਡੇ ਕੋਲ 3 ਬਿੰਦੀਆਂ ਹਨ। ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਚੱਕਰ ਹੈ ਉਹ 1000 ਨੂੰ ਦਰਸਾਉਂਦਾ ਹੈ, ਇਹਦੇ ਵਿੱਚ 3 ਬਿੰਦੀਆਂ ਹਨ। ਉਸ ਤੋਂ ਬਾਅਦ ਵਾਲਾ ਜਿਹੜਾ ਚੱਕਰ ਹੈ ਉਹ 10000 ਨੂੰ ਦਰਸਾਉਂਦਾ ਹੈ ਔਰ ਇਹਦੇ ਵਿੱਚ 5 ਬਿੰਦੀਆਂ ਹਨ। ਔਰ ਸਭ ਤੋਂ ਬਾਹਰ ਵਾਲਾ ਜਿਹੜਾ ਸਭ ਤੋਂ ਵੱਡਾ ਚੱਕਰ ਹੈ ਉਹ ਲੱਖ ਨੂੰ ਦਰਸਾਉਂਦਾ ਹੈ ਅਤੇ ਇਹਦੇ ਵਿੱਚ 3 ਬਿੰਦੀਆਂ ਸਾਨੂੰ ਦਿੱਤੀਆਂ ਗਈਆਂ ਹਨ। ਠੀਕ ਹੈ ਵਿਦਿਆਰਥੀਓ, ਸੋ ਵਿਦਿਆਰਥੀਓ ਆਓ ਦੇਖਦੇ ਹਾਂ ਕਿਵੇਂ ਅਸੀਂ ਇਹਦੇ ਵਿੱਚੋਂ ਸੰਖਿਆ ਨੂੰ ਲੱਭਣਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੀ ਸੰਖਿਆ ਹੈ ਉਹ ਲੱਖ, ਆਪਾਂ ਸਭ ਤੋਂ ਬਾਹਰ ਜਿਹੜਾ ਚੱਕਰ ਹੈ ਇਹਦੇ ਤੋਂ ਸ਼ੁਰੂ ਕਰਾਂਗੇ। 1 ਲੱਖ ਦੇ ਵਿੱਚ ਸਾਡੇ ਕੋਲ ਜਿਹੜੀ ਬਿੰਦੀਆਂ ਦੀ ਗਿਣਤੀ 3 ਹੈ, ਭਾਵ ਅਸੀਂ 3 ਗੁਣਾ 1 ਲੱਖ ਲਿਖਾਂਗੇ। ਠੀਕ ਹੈ, 1 ਲੱਖ ਦਾ ਮਤਲਬ ਸਾਨੂੰ ਪਤਾ 1 ਦੇ ਨਾਲ 5 ਜ਼ੀਰੋਆਂ ਹੁੰਦੀਆਂ ਨੇ। ਇਸ ਤੋਂ ਬਾਅਦ 10000 ਵਾਲੇ ਚੱਕਰ ਦੇ ਵਿੱਚ ਸਾਡੇ ਕੋਲ 5 ਬਿੰਦੀਆਂ ਨੇ, ਤਾਂ ਅਸੀਂ 5 ਗੁਣਾ 10000 ਲਿਖਾਂਗੇ। ਇਸ ਤੋਂ ਬਾਅਦ 1000 ਵਾਲੇ ਚੱਕਰ ਦੇ ਵਿੱਚ ਸਾਡੇ ਕੋਲ 3 ਬਿੰਦੀਆਂ ਨੇ, ਤਾਂ ਅਸੀਂ 3 ਗੁਣਾ 1000 ਲਿਖਾਂਗੇ। ਇਸ ਤੋਂ ਬਾਅਦ ਸੈਂਕੜੇ ਵਾਲੇ ਚੱਕਰ ਦੇ ਵਿੱਚ ਸਾਡੇ ਕੋਲ 3 ਬਿੰਦੀਆਂ ਨੇ, ਤਾਂ 3 ਗੁਣਾ ਸੈਂਕੜਾ ਭਾਵ 100 ਲਿਖਾਂਗੇ। ਠੀਕ ਹੈ, ਇਸ ਤੋਂ ਬਾਅਦ ਦਹਾਈ ਵਾਲੇ ਚੱਕਰ ਦੇ ਵਿੱਚ ਸਾਡੇ ਕੋਲ 4 ਬਿੰਦੀਆਂ ਨੇ, ਇਹਨੂੰ ਅਸੀਂ 4 ਗੁਣਾ 10 ਲਿਖਾਂਗੇ। ਦਹਾਈ ਦਾ ਭਾਵ ਸਾਡੇ ਕੋਲ 10 ਹੁੰਦਾ ਔਰ ਇਕਾਈ ਦੇ ਵਿੱਚ ਸਾਡੇ ਕੋਲ ਕੋਈ ਵੀ ਬਿੰਦੀ ਨਹੀਂ ਹੈ, ਤਾਂ ਇਹਨੂੰ ਅਸੀਂ 0 ਗੁਣਾ 1 ਜਿਹੜਾ ਹੈ ਉਹ ਲਿਖ ਲਵਾਂਗੇ। ਠੀਕ ਹੈ ਵਿਦਿਆਰਥੀਓ, ਤਾਂ ਹੁਣ ਅਸੀਂ ਦੇਖਦੇ ਹਾਂ 3 ਗੁਣਾ ਲੱਖ ਤੋਂ ਸਾਡੇ ਕੋਲ ਕੀ ਸੰਖਿਆ ਬਣੇਗੀ, 3 ਲੱਖ। ਇਸੇ ਤਰ੍ਹਾਂ 10000 ਗੁਣਾ 5 ਤੋਂ ਸਾਡੇ ਕੋਲ ਕੀ ਸੰਖਿਆ ਬਣੇਗੀ, 50000। ਇਸੇ ਤਰ੍ਹਾਂ 1000 ਗੁਣਾ 3 ਤੋਂ ਸਾਡੇ ਕੋਲ ਕੀ ਸੰਖਿਆ ਬਣੇਗੀ, 3000। ਇਸੇ ਤਰ੍ਹਾਂ 100 ਗੁਣਾ 3 ਤੋਂ ਸਾਡੇ ਕੋਲ ਸੰਖਿਆ ਬਣੇਗੀ 300। 10 ਗੁਣਾ 4 ਤੋਂ ਸਾਡੇ ਕੋਲ ਸੰਖਿਆ ਬਣੇਗੀ 40 ਅਤੇ 1 ਗੁਣਾ 0 ਤੋਂ ਸਾਡੇ ਕੋਲ ਸੰਖਿਆ ਬਣੇਗੀ 0। ਹੁਣ ਇਹ ਸਾਰੀਆਂ ਸੰਖਿਆਵਾਂ ਦਾ ਅਸੀਂ ਕੀ ਕਰਾਂਗੇ, ਜੋੜ ਕਰ ਲਵਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਇੱਥੇ 0 ਆ ਜਾਏਗਾ, ਤਾਂ ਇਸ ਤੋਂ ਬਾਅਦ ਅੱਗੇ ਸਾਡੇ ਕੋਲ 4 ਆ ਜਾਏਗਾ, ਫਿਰ ਸਾਡੇ ਕੋਲ 3 ਆ ਜਾਏਗਾ, ਫਿਰ ਇਸ ਲਾਈਨ ਦੇ ਵਿੱਚ ਸਾਡੇ ਕੋਲ ਸਿਰਫ 3 ਹੈ, तो 5 जमा 0 5 बन जाएगा और ये साढ़े कोल 3 बन जाएगा। ठीक है विद्यार्थियों, तो इत्थे असी जिहड़ा अपना उत्तर है वो लिख देंगे। तो ये संख्या साढ़े कोल की बनती है 3,53,340। तीन लख 53,340। ठीक है विद्यार्थियों, तो ये साढ़े कोल तीजे का उत्तर जिहड़ा है वो प्राप्त हो गया है। प्यारे बच्चों, इस तो बाद चौथा सवाल साढ़े कोल इस वर्कशीट का असीं देख सकते हाँ। अंकां 2 0 1 5
6 ਨਾਲ 5 ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਬਣਾਓ ਅਤੇ ਸੰਖਿਆ ਨੂੰ ਸ਼ਬਦਾਂ ਦੇ ਵਿੱਚ ਲਿਖੋ। ਠੀਕ ਹੈ ਜੀ, ਤੋਂ ਵੱਡੀ ਤੇ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਤੇ ਸੰਖਿਆ ਨੂੰ ਸ਼ਬਦਾਂ ਦੇ ਵਿੱਚ ਲਿਖਣਾ, ਇਹ ਤੁਸੀਂ 5ਵੀਂ ਕਲਾਸ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਪੜ੍ਹ ਕੇ ਆਏ ਹੋ। ਠੀਕ ਹੈ ਵਿਦਿਆਰਥੀਓ, ਤੇ ਮੈਨੂੰ ਲੱਗਦਾ ਬੜੀ ਆਸਾਨੀ ਨਾਲ ਮੇਰੇ ਤੋਂ ਵੀ ਪਹਿਲਾਂ ਤੁਸੀਂ ਇਹ ਸਵਾਲ ਨੂੰ ਹੱਲ ਕਰ ਲਵੋਗੇ। ਤਾਂ ਸਭ ਤੋਂ ਪਹਿਲਾਂ ਅਸੀਂ ਲਿਖਦੇ ਹਾਂ ਵੱਡੀ ਤੋਂ ਵੱਡੀ ਸੰਖਿਆ। ਤਾਂ ਸਾਨੂੰ ਇਹ ਪਤਾ ਹੈ ਜਦੋਂ ਅਸੀਂ ਵੱਡੀ ਤੋਂ ਵੱਡੀ 5 ਅੰਕਾਂ ਦੀ ਸੰਖਿਆ ਲਿਖਣੀ ਹੈ ਤਾਂ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਵੱਡਾ ਅੰਕ ਹੈ ਇਹਦੇ ਵਿੱਚੋਂ ਉਹ ਲਿਖਾਂਗੇ, ਉਸ ਤੋਂ ਬਾਅਦ ਉਸ ਤੋਂ ਛੋਟਾ, ਫਿਰ ਉਸ ਤੋਂ ਛੋਟਾ, ਫਿਰ ਉਸ ਤੋਂ ਛੋਟਾ, ਘਟਦੇ ਕ੍ਰਮ ਵਿੱਚ ਅਸੀਂ ਅੰਕਾਂ ਨੂੰ ਲਿਖਾਂਗੇ। ਠੀਕ ਹੈ, ਤਾਂ ਵੱਡੀ ਤੋਂ ਵੱਡੀ ਸੰਖਿਆ ਲਿਖਣ ਲਈ ਇਹਨਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸੰਖਿਆ ਹੈ ਉਹ ਸਾਡੇ ਕੋਲ ਕਿੰਨੀ ਹੈ? 6। ਵੈਰੀ ਗੁੱਡ। 6 ਤੋਂ ਬਾਅਦ ਦੂਜੀ ਜਿਹੜੀ ਵੱਡੀ ਸੰਖਿਆ ਹੈ ਸਾਡੇ ਕੋਲ, ਜਿਹੜੀ 6 ਤੋਂ ਛੋਟੀ ਹੈ ਪਰ ਬਾਕੀ ਸੰਖਿਆਵਾਂ ਤੋਂ ਵੱਡੀ ਹੈ, ਬਾਕੀ ਅੰਕਾਂ ਤੋਂ ਵੱਡੀ ਹੈ, ਉਹ ਸਾਡੇ ਕੋਲ 5 ਹੈ। 5 ਤੋਂ ਬਾਅਦ ਸੰਖਿਆ ਜਿਹੜੀ 5 ਤੋਂ ਛੋਟੀ ਹੈ ਪਰ ਬਾਕੀ ਬਚਦੀਆਂ ਤੋਂ ਵੱਡੀ ਹੈ, ਉਹ ਸਾਡੇ ਕੋਲ 2 ਹੈ। 2 ਤੋਂ ਛੋਟੀ ਸੰਖਿਆ ਸਾਡੇ ਕੋਲ 1 ਹੈ ਤੇ 1 ਤੋਂ ਛੋਟੀ ਸੰਖਿਆ ਸਾਡੇ ਕੋਲ 0 ਹੈ। ਠੀਕ ਹੈ ਵਿਦਿਆਰਥੀਓ, ਸਭ ਤੋਂ ਵੱਡੀ, ਫਿਰ ਉਸ ਤੋਂ ਛੋਟੀ, ਫਿਰ ਉਸ ਤੋਂ ਛੋਟੀ, ਫਿਰ ਉਸ ਤੋਂ ਛੋਟੀ ਤੇ ਅਖੀਰ ਦੇ ਵਿੱਚ ਸਭ ਤੋਂ ਛੋਟਾ ਜਿਹੜਾ ਅੰਕ ਸੀ ਉਹ ਅਸੀਂ ਇੱਥੇ ਲਿਖ ਲਿਆ ਹੈ। ਤਾਂ ਇਹਨੂੰ ਹੁਣ ਅਸੀਂ ਸ਼ਬਦਾਂ ਦੇ ਵਿੱਚ ਲਿਖਾਂਗੇ। ਸ਼ਬਦਾਂ ਦੇ ਵਿੱਚ ਸੰਖਿਆ ਨੂੰ ਲਿਖਣ ਵਾਸਤੇ ਅਸੀਂ ਦੇਖਦੇ ਹਾਂ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000। ਤਾਂ ਇਹ ਸਾਡੇ ਕੋਲ 65,210 ਬਣੇਗਾ। ਸੋ ਇਹ ਸਾਡੇ ਕੋਲ 65,210 ਸੰਖਿਆ ਬਣ ਜਾਏਗੀ। ਠੀਕ ਹੈ ਜੀ, 65,210। ਇਸ ਤੋਂ ਬਾਅਦ ਅਸੀਂ ਇਹਨਾਂ ਹੀ ਅੰਕਾਂ ਨੂੰ ਵਰਤ ਕੇ ਛੋਟੀ ਤੋਂ ਛੋਟੀ 5 ਅੰਕਾਂ ਦੀ ਜਿਹੜੀ ਸੰਖਿਆ ਹੈ ਉਹ ਬਣਾਉਣੀ ਹੈ। ਠੀਕ ਹੈ ਵਿਦਿਆਰਥੀਓ, ਤਾਂ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਜਦੋਂ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਹੋਵੇ ਇਹਦਾ ਮਤਲਬ ਸਾਨੂੰ ਸਭ ਤੋਂ ਪਹਿਲਾਂ ਸਭ ਤੋਂ ਛੋਟੀ ਸੰਖਿਆ ਲਿਖਣੀ ਪਏਗੀ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ। ਭਾਵ ਸਭ ਤੋਂ ਪਹਿਲਾਂ ਛੋਟਾ ਅੰਕ ਜਿਹੜਾ ਇਹਨਾਂ ਪੰਜਾਂ ਦੇ ਵਿੱਚੋਂ ਹੈ, ਫਿਰ ਉਸ ਤੋਂ ਵੱਡਾ, ਉਸ ਤੋਂ ਵੱਡਾ, ਉਸ ਤੋਂ ਵੱਡਾ ਅੰਕ ਜਿਹੜਾ ਆਪਾਂ ਨੂੰ ਉਹ ਲਿਖਣਾ ਪਏਗਾ। ਤੋ ਆਪਾਂ ਕੋਸ਼ਿਸ਼ ਕਰਦੇ ਹਾਂ ਪਹਿਲਾਂ। ਠੀਕ ਹੈ, ਦੇਖਦੇ ਹਾਂ ਫਿਰ ਉਹ ਸਾਡੇ ਕੋਲ ਸਹੀ ਸੰਖਿਆ ਲਿਖੀ ਜਾਂਦੀ ਹੈ ਜਾਂ ਨਹੀਂ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚੋਂ ਪਹਿਲਾ ਅੰਕ ਜਿਹੜਾ 0 ਲਿਖ ਲਾਂਗੇ, ਉਸ ਤੋਂ ਬਾਅਦ ਦੂਜਾ ਅੰਕ ਜਿਹੜਾ ਹੈ ਉਹ 1 ਲਿਖ ਲਾਂਗੇ, ਫਿਰ ਉਸ ਤੋਂ ਬਾਅਦ 2 ਲਿਖ ਲਾਂਗੇ, ਫਿਰ ਉਸ ਤੋਂ ਵੱਡਾ ਅੰਕ ਸਾਡੇ ਕੋਲ 5 ਹੈ, ਫਿਰ ਉਸ ਤੋਂ ਵੱਡਾ ਅੰਕ ਸਾਡੇ ਕੋਲ 6 ਹੈ। ਤੋ ਇਹ ਅਸੀਂ ਛੋਟੀ ਤੋਂ ਛੋਟੀ ਸੰਖਿਆ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਵਿਦਿਆਰਥੀਓ, ਜਿਹੜੀ ਸਭ ਤੋਂ ਅੱਗੇ 0 ਲਿਖੀ ਹੈ ਇਹਨੂੰ ਤਾਂ ਅਸੀਂ ਛੱਡ ਸਕਦੇ ਹਾਂ, ਇਹਨੂੰ ਤਾਂ ਅਸੀਂ ਗਿਣਦੇ ਹੀ ਨਹੀਂ। ਠੀਕ ਹੈ, ਤੋ ਇਹ ਤਾਂ ਸਾਡੇ ਕੋਲ ਸਿਰਫ 4 ਅੰਕਾਂ ਦੀ ਸੰਖਿਆ ਬਚ ਗਈ ਹੈ, ਭਾਵ 1256 ਹੈ ਨਾ, 1256 ਸਾਡੇ ਕੋਲੇ ਬਚ ਗਈ ਹੈ। ਤੋ ਇਹਦਾ ਮਤਲਬ ਹਲੇ ਇਹ ਅਸੀਂ 5 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਜਿਹੜੀ ਆ ਉਹ ਨਹੀਂ ਲਿਖ ਪਾਏ। ਇਹ ਸੰਖਿਆ ਸਾਡੇ ਕੋਲ 4 ਅੰਕਾਂ ਦੀ ਸੰਖਿਆ ਬਣਦੀ ਹੈ। ਠੀਕ ਹੈ, ਤੋ 5 ਅੰਕਾਂ ਦੀ ਸੰਖਿਆ ਲਿਖਣ ਦੇ ਲਈ ਕੀ ਕਰਨਾ ਪਏਗਾ ਸਾਨੂੰ? ਜਿਹੜਾ ਸਭ ਤੋਂ ਪਹਿਲਾ ਅੰਕ ਹੈ ਇਹ 0 ਨਹੀਂ ਹੋ ਸਕਦਾ, ਇਹ ਸਾਡੇ ਕੋਲ 0 ਤੋਂ ਸਿਵਾ ਕੋਈ ਹੋਰ ਅੰਕ ਹੋਣਾ ਚਾਹੀਦਾ ਹੈ। ਤੋ ਇਹ ਜਿਹੜਾ ਸਭ ਤੋਂ ਪਹਿਲਾਂ 0 ਤੇ 1 ਹੈ, ਅਸੀਂ ਇਹਨਾਂ ਦਾ ਸਥਾਨ ਜਿਹੜਾ ਹੈ ਉਹ ਬਦਲ ਦਿਆਂਗੇ। ਸਥਾਨ ਬਦਲਣ ਦੇ ਨਾਲ ਸਾਡੇ ਕੋਲ ਨਵੀਂ ਸੰਖਿਆ ਜਿਹੜੀ ਹੈ ਉਹ ਕੀ ਬਣੇਗੀ? 1 ਜਿਹੜਾ ਪਹਿਲਾਂ ਆ ਜਾਏਗਾ, ਫਿਰ ਉਸ ਤੋਂ ਬਾਅਦ 0 ਆ ਜਾਏਗਾ, ਫਿਰ ਉਸ ਤੋਂ ਬਾਅਦ 2 ਆ ਜਾਏਗਾ, ਫਿਰ ਉਸ ਤੋਂ ਬਾਅਦ 5 ਤੇ ਉਸ ਤੋਂ ਬਾਅਦ 6। ਹੁਣ ਇਹ ਠੀਕ ਹੈ, ਹੁਣ ਇਹ ਸੰਖਿਆ ਸਾਡੇ ਕੋਲ 1 ਤੋਂ ਸ਼ੁਰੂ ਹੁੰਦੀ ਹੈ ਤੇ 5 ਅੰਕਾਂ ਦੀ ਸੰਖਿਆ ਹੈ। ਇਸ ਨੂੰ ਅਸੀਂ ਕੱਟ ਕਰ ਦਿੰਦੇ ਹਾਂ। ਇਹ ਸਾਡਾ ਪਹਿਲਾ ਜਿਹੜੀ ਕੋਸ਼ਿਸ਼ ਸੀ ਉਹ ਸਫਲ ਨਹੀਂ ਹੋਈ ਸੀ। ਠੀਕ ਹੈ ਵਿਦਿਆਰਥੀਓ, ਤੋ ਇਹ ਸਾਡੇ ਕੋਲ ਇਹਨਾਂ ਹੀ ਅੰਕਾਂ ਨੂੰ ਵਰਤ ਕੇ ਲਿਖੀ ਜਾ ਸਕਦੀ ਸਭ ਤੋਂ ਛੋਟੀ ਜਿਹੜੀ ਸੰਖਿਆ ਉਹ ਹੈ ਇਹ, ਔਰ ਇਹਨੂੰ ਅਸੀਂ ਸ਼ਬਦਾਂ ਦੇ ਵਿੱਚ ਲਿਖਾਂਗੇ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, 10,000। ਤੋ ਇਹ ਸਾਡੇ ਕੋਲ 10,256 ਬਣਦੀ ਹੈ। 10,256। ਠੀਕ ਹੈ, 10,256। ਠੀਕ ਹੈ ਵਿਦਿਆਰਥੀਓ, ਇਹਦੇ ਨਾਲ ਹੀ ਸਾਡੇ ਕੋਲ ਚੌਥਾ ਸਵਾਲ ਜਿਹੜਾ ਸੀ ਉਹ ਅਸੀਂ ਹੱਲ ਕਰ ਲਿਆ ਹੈ। ਹੁਣ ਇਸ ਤੋਂ ਬਾਅਦ ਅਸੀਂ ਪੰਜਵੇਂ ਸਵਾਲ ਦੇ ਸਾਡੇ ਕੋਲ 2 ਪਾਰਟ ਨੇ, ਉਹ ਦੋਨੋਂ ਆਪਾਂ ਹੱਲ ਕਰਾਂਗੇ। ਹਾਂਜੀ ਵਿਦਿਆਰਥੀਓ, ਪੰਜਵੇਂ ਦਾ ਜਿਹੜਾ ਪਹਿਲਾ ਭਾਗ ਹੈ ਸਾਡੇ ਕੋਲ ਉਹ ਹੈ ਹੇਠਾਂ ਦਿੱਤੀਆਂ ਸੰਖਿਆਵਾਂ ਦੀ ਅਗੇਤਰ ਸੰਖਿਆ ਲਿਖੋ। ਠੀਕ ਹੈ ਵਿਦਿਆਰਥੀਓ, ਸਾਨੂੰ ਪਤਾ ਹੈ, ਤੁਸੀਂ ਜਾਣਦੇ ਹੋ ਅਗੇਤਰ ਸੰਖਿਆ ਨੂੰ ਕਿਵੇਂ ਲਿਖਣਾ ਹੁੰਦਾ ਹੈ। ਆਪਾਂ
ਵੈਰੀ ਗੁੱਡ। ਮੈਨੂੰ ਉਮੀਦ ਹੈ ਕਿ ਤੁਹਾਨੂੰ ਪਤਾ ਹੈ, ਫਿਰ ਵੀ ਮੈਂ ਇਹਨੂੰ ਇੱਕ ਵਾਰ ਤੁਹਾਨੂੰ ਜ਼ਰੂਰ ਦੱਸ ਦੇਣਾ ਹਾਂ ਕਿ ਜਦੋਂ ਵੀ ਅਸੀਂ ਕਿਸੇ ਵੀ ਸੰਖਿਆ ਦਾ ਅਗੇਤਰ ਲਿਖਣਾ ਹੋਵੇ ਤਾਂ ਅਸੀਂ ਉਹਦੇ ਵਿੱਚ ਇੱਕ ਸੰਖਿਆ ਇੱਕ ਜੋੜ ਦੇਣੀ ਹੈ ਤੇ ਸਾਨੂੰ ਉਸ ਸੰਖਿਆ ਦਾ ਅਗੇਤਰ ਪਤਾ ਚੱਲ ਜਾਵੇਗਾ। ਠੀਕ ਹੈ, ਤੋ 73 49 ਦੇ ਵਿੱਚ ਆਪਾਂ ਕੀ ਕਰਾਂਗੇ, 73 49 ਦੇ ਵਿੱਚ ਅਸੀਂ ਇੱਕ ਨੂੰ ਜੋੜ ਦੇंगे। संख्या एक जोड़न ते साडे कोल जो उत्तर प्राप्त होएगा वो की होएगा, वो होएगा 7350। तो ये ही साडे कोल जिहड़ा 7350 है, ये ही साडे कोल 7349 दा अगेतर संख्या है। ठीक है विद्यार्थियों, हुण असीं दूजी जिहड़ी संख्या है इहदा अगेतर लिखना है। शाबाश विद्यार्थियों, दसो सब तो पहला इहदा की अगेतर होएगा, देखते हैं कौन पहला करदा है। इस संख्या का अगेतर पता करने लई असीं इहदे विच भी संख्या एक नूं जोड़ देंगे तो ये साडे कोल ये संख्या बन जाएगी। इहनूं असीं देखते हैं इकाई, दहाई, सैकड़ा, हज़ार, 10,000, लख। ये संख्या साडे कोल 1 लख है, एक दे नाल 5 जीरोआं ने, इहदे विच जदों असीं एक जोड़िया तो ये साडे कोल 1 लख 1 बन जाता है। ठीक है विद्यार्थियों, इसी तरह 65,979 ਤੇ 63,000 ਦੀ ਅਗੇਤਰ ਸੰਖਿਆ ਵੀ ਤੁਸੀਂ ਆਪਣੇ ਆਪ ਪਤਾ ਕਰਨੀ ਹੈ। ਸੰਖਿਆਵਾਂ ਤੁਸੀਂ ਨੋਟ ਕਰ ਲੈਣੀਆਂ ਹਨ ਔਰ ਇਹਨਾਂ ਦੇ ਵਿੱਚ ਇੱਕ ਜੋੜਨ ਤੋਂ ਬਾਅਦ ਦੇਖਣਾ ਹੈ ਕਿ ਇਸ ਦਾ ਅਗੇਤਰ ਕੀ ਹੋਏਗਾ। ਹਾਂਜੀ ਜਲਦੀ ਵਿਦਿਆਰਥੀਓ ਇਹਨਾਂ ਦਾ ਹੱਲ ਕਰਕੇ ਤੁਸੀਂ ਦੱਸਣਾ ਹੈ। ਦੇਖਦੇ ਹਾਂ ਕੌਣ ਸਭ ਤੋਂ ਪਹਿਲਾਂ ਕਰਦਾ ਹੈ। ਵੈਰੀ ਗੁੱਡ, तो ਇਹਦਾ ਸਾਡੇ ਕੋਲ ਆਨਸਰ ਆਇਆ 65,980। शाबाश, ਜਿਨ੍ਹਾਂ ਦਾ ਆਨਸਰ ਮੈਚ ਕਰ ਗਿਆ ਹੈ, ਮਿਲ ਗਿਆ, ਉਹਨਾਂ ਨੂੰ ਬਹੁਤ ਸ਼ਾਬਾਸ਼। ਇਸ ਤੋਂ ਬਾਅਦ 63,000 ਦਾ ਜਿਹੜਾ ਅਗੇਤਰ ਸੰਖਿਆ ਹੈ ਉਹ ਸਾਡੇ ਕੋਲ 63,001 ਹੋਏਗੀ। ਬਿਲਕੁਲ ਸ਼ਾਬਾਸ਼, ਵੈਰੀ ਗੁੱਡ। ਇਸ ਤੋਂ ਬਾਅਦ ਪੰਜਵੇਂ ਦਾ ਜਿਹੜਾ ਦੂਜਾ ਪਾਰਟ ਹੈ ਸਾਡੇ ਕੋਲ ਉਹ ਇਸ ਵਰਕਸ਼ੀਟ ਦਾ ਵਰਕਸ਼ੀਟ 1 ਦਾ ਮੌਲਿਕ ਸੰਕ੍ਰਿਆਵਾਂ ਦਾ ਆਖਰੀ ਸਵਾਲ ਹੈ ਸਾਡੇ ਕੋਲ। ਹੇਠ ਦਿੱਤੀਆਂ ਸੰਖਿਆਵਾਂ ਦੀ ਪਿਛੇਤਰ ਸੰਖਿਆ ਲਿਖੋ। ठीक है विद्यार्थियों, तो पिछेतर संख्या लिखण वास्ते असीं की करते हैं, अगेतर संख्या लिखण वास्ते तां असीं संख्या दे विच एक जोड़ दिंदे हां। तो पिछेतर संख्या लिखण दे लई असीं संख्या दे विच एक घटा दिंदे हां। ठीक है, तो 4400 दे विचों असीं एक माइनस करांगे, एक घटा देंगे तो ये मेरे कोल 4400 की पिछेतर संख्या बन जाएगी। देखते हैं 4400 दे विचों एक माइनस करन ते साडे कोल की आउंदा है। जीरो दे विचों एक नहीं घटाया जा सकता, इस करके सानू इत्थों हासिल लेना पएगा। इत्थों असीं ले लांगे, इत्थे 3 बचेगा, इत्थे साडे कोल 10 9 बच जाएगा और ये साडे कोल 10 आ जाएगा। 10 तो एक कढ़िया 9 आएगा, फिर 9 आएगा, फिर 3 आएगा तो फिर 4। वेरी गुड। तो 4400 का जिहड़ा पिछेतर संख्या है वो साडे कोल 4399 है, भाव 4399। ठीक है, इसी तरह 60,000 की जी पिछेतर संख्या तुसी पता करनी है, वो साडे कोल की बनेगी, असी 60,000 दे विचों एक घटा देंगे। तो ये साडे कोल जो तुसी चेक करोगे ये साडे कोल बनेगा 59,999। वेरी गुड। तो इस तो बाद 4020 दे विचों जदों असीं एक घटावांगे तो साडे कोल 4019 प्राप्त होवेगा। तो 4019 जिहड़ा है वो साडे कोल 4020 दी पिछेतर संख्या है। इसी तरह सब तो अखीर दे विच साडे कोल 71,000 है। 71,000 की पिछेतर संख्या जदों असीं पता करांगे, भाव 71,000 दे विचों जदों असीं एक माइनस करांगे, -1, तो ये साडे कोल इत्थे 10 बनेगा, इत्थे 9 बन जाएगा, इत्थे 9 बन जाएगा और इत्थे साडे कोल 0 बन जाएगा। तो 10 दे विचों एक कढ़िया 9 आएगा, 9 आएगा, 9 आएगा, 0 आएगा तो 7 आएगा। ठीक है, भाव के 71,000 की पिछेतर संख्या 70,999 है। ठीक है विद्यार्थियों, इस तो बाद अगली वर्कशीट के नाल फिर तुहानूं अगले लैसन दे विच मिलांगे, आपां अगले प्रोग्राम दे विच मिलांगे। उदों तक मेरे वालों यानी कि राजविंदर सिंह वालों सत श्री अकाल।